ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੀ ਮਿਤਾਲੀ ਵੱਲ ਲੈ ਕੇ ਹਾਜ਼ਰਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਅਕਾਲੀ ਦਲ ਦੀ ਤਰਨਤਾਰਨ ਰੈਲੀ 'ਚ ਸ਼ਰਾਬ ਤੇ ਗਰਮਾਈ ਸਿਆਸਤ। ਬ੍ਰਹਮਪੁਰਾ ਨੇ ਚੁੱਕੇ ਰੈਲੀ ਤੇ ਗੰਭੀਰ ਸਵਾਲ, ਖੋਲੇ ਕਈ ਭੇਦ। ਸਿੱਖ ਕੌਮ ਦਾ ਲੌਂਗੋਵਾਲ ਨੇ ਕੱਢਿਆ ਜਲੂਸ। ਲੌਂਗੋਵਾਲ ਦੇ ਅਸਤੀਫੇ ਤੇ ਉੱਠੀ ਮੰਗ। ਸੁਖਪਾਲ ਸਿੰਘ ਖਹਿਰਾ ਚੜੇ ਸਪੀਕਰ केपी ਦੇ ਅੜੀਕੇ, ਮਿਲਿਆ ਨੋਟਿਸ। ਖਹਿਰਾ ਟਕਸਾਲੀ ਆਪ ਦਾ ਗਠਜੋੜ ਕਰਵਾ ਰਹੀ ਹੈ ਕਾਂਗਰਸ। ਮਜੀਠੀਆ ਆਏ ਖੁੱਲ ਕੇ ਸਾਹਮਣੇ। ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਖੋਲੇ 3 ਹੋਰ ਪੱਤੇ। ਹੁਣ ਖਬਰਾਂ ਵਿਸਥਾਰ ਨਾਲ। ਅਕਾਲੀ ਦਲ ਬਾਦਲ ਨੂੰ ਵੱਡਾ ਸਦਮਾ ਦਿੰਦੇ ਹੋਏ ਟਕਸਾਲੀਆਂ ਨੇ ਅਕਾਲੀ ਦਲ ਦੇ ਬੇਹੱਦ ਕਰੀਬੀ ਯੂਥ ਆਗੂ ਨੂੰ ਪਾਰਟੀ 'ਚ ਸ਼ਾਮਿਲ ਕੀਤਾ। ਇਸ ਮੌਕੇ ਟਕਸਾਲੀ ਅਕਾਲੀ ਦੀ ਤਰਨਤਾਰਨ ਰੈਲੀ ਤੇ ਵੀ ਗੰਭੀਰ ਸਵਾਲ ਚੁੱਕੇ। ਸ਼੍ਰੋਮਣੀ ਅਕਾਲੀ ਦਲ ਲਈ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਅਕਾਲੀ ਦਲ ਟਕਸਾਲੀਆਂ ਨੇ ਤਾਂ ਜਿਵੇਂ ਅਕਾਲੀ ਦਲ ਵਿਰੁੱਧ ਜੰਗ ਹੀ ਛੇੜ ਦਿੱਤੀ ਹੋਵੇ। ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਆਗੂ ਨੂੰ ਟਕਸਾਲੀਆਂ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਅਕਾਲੀ ਦਲ ਨੂੰ ਚੰਗੇ ਰਗੜੇ ਲਾਏ। ਬ੍ਰਹਮਪੁਰਾ ਨੇ ਕਿਹਾ ਕਿ 1920 'ਚ ਅਕਾਲੀ ਦਲ ਬਣਿਆ ਸੀ। ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ ਜਾਣਿਆ ਜਾਂਦਾ ਸੀ, ਪਰ ਅਕਾਲੀ ਦਲ ਦਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੁਣ ਬੁਰਾ ਹਾਲ ਹੈ। 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਮੋਰਚੇ ਐਜੀਟੇਸ਼ਨ ਲਾਈਆਂ ਔਰ ਜਿੱਤਾਂ ਵੀ ਹਾਸਲ ਕੀਤੀਆਂ, ਪਰ ਜਦੋਂ ਤੋਂ ਇਹ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਜਾਂ ਅਕਾਲੀ ਦਲ ਦੀ ਇਹਨਾਂ ਕਮਾਨ ਸਾਂਭੀ ਆ, ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸੱਤਿਆਨਾਸ਼ ਕਰਕੇ ਰੱਖਤਾ, ਸਿੱਖੀ ਦਾ ਸੱਤਿਆਨਾਸ਼ ਕਰਕੇ ਰੱਖਤਾ। ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਉਹਨੂੰ ਬਹੁਤ ਵੱਡੀ ਇਹਨਾਂ ਨੇ ਠੇਸ ਪਹੁੰਚਾਈ ਆ। ਸ਼੍ਰੋਮਣੀ ਕਮੇਟੀ ਆ ਜਿਹੜੀ ਉਹਦਾ ਮੁਕੰਮਲ ਤੌਰ ਦੇ ਉੱਤੇ ਸਿਆਸੀਕਰਨ ਕਰ ਲਿਆ। ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਾਂ ਅਕਾਲੀ ਦਲ ਦਾ ਕੱਚਾ ਚਿੱਠਾ ਹੀ ਖੋਲ ਦਿੱਤਾ ਤੇ ਕਿਹਾ ਕਿ ਅਕਾਲੀ ਦਲ ਨੂੰ ਸੁਖਬੀਰ ਬਾਦਲ ਨੇ ਤਬਾਹੀ ਦੀ ਕਗਾਰ ਤੇ ਪਹੁੰਚਾ ਦਿੱਤਾ ਏ। ਹੁਣ ਅੱਤ ਹੋ ਚੁੱਕੀ ਹੈ। ਬੀਤੇ ਦਿਨੀ ਅਕਾਲੀ ਦਲ ਵੱਲੋਂ ਤਰਨਤਾਰਨ 'ਚ ਇੱਕ ਰੈਲੀ ਕੀਤੀ ਗਈ ਸੀ ਅਤੇ ਰੈਲੀ ਦੌਰਾਨ ਅਕਾਲੀ ਦਲ ਵੱਲੋਂ ਜੋ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਸ ਤੇ ਬ੍ਰਹਮਪੁਰਾ ਨੇ ਗੰਭੀਰ ਸਵਾਲ ਚੁੱਕੇ ਤੇ ਕਿਹਾ ਕਿ ਗੁਰੂ ਦੇ ਲੰਗਰ ਦੀ ਅਕਾਲੀ ਦਲ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ ਬ੍ਰਹਮਪੁਰਾ ਸੁਖਬੀਰ ਬਾਦਲ ਅਤੇ ਬੀਬੀ ਜਗੀਰ ਕੌਰ ਦੀ ਹਾਜ਼ਰੀ ਸ਼ਰਾਬ ਪੀਣ ਦੇ ਮਾਮਲੇ ਤੇ ਅਕਾਲੀ ਦਲ ਤੇ ਖੂਬ ਵਰੇ। ਬੜੀ ਦੁੱਖ ਨਾਲ ਗੱਲ ਕਹਿਣੀ ਪੈਂਦੀ ਆ ਕਿ ਕੱਲ੍ਹ ਹੀ ਤਰਨਤਾਰਨ ਦੇ ਵਿੱਚ ਇੱਕ ਇਹਨਾਂ ਨੇ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿੰਨੇ ਆਦਮੀ ਸੀ ਉਹਨਾਂ ਦਾ ਸਾਰਿਆਂ ਦਾ ਜਿਹੜਾ ਲੰਗਰ ਪ੍ਰਸ਼ਾਦ ਸੀ ਉਹ ਤੁਹਾਡੇ ਵੀਡੀਓ ਤੇ ਵੀ ਆਇਆ। ਪ੍ਰੈਸ ਵਾਲਿਆਂ ਨੇ ਉੱਥੇ ਵੀਡੀਓ ਬਣਾਈ ਤੇ ਪ੍ਰਸ਼ਾਦ ਪਾਣੀ ਜਿਹੜਾ ਗੁਰੂ ਕੇ ਲੰਗਰ ਦੇ ਵਿੱਚੋਂ ਦਰਬਾਰ ਸਾਹਿਬ ਤੋਂ ਆਇਆ। ਇੱਥੋਂ ਤੱਕ ਨੀਵੇਂ ਚਲੇ ਗਏ ਨੇ, ਇੰਨੇ ਕਮੀਨੇ ਬਣ ਗਏ ਨੇ ਕਿ ਇਹ ਹੁਣ ਜਿਹੜੀ ਦਿਨ ਦਿਹਾੜੇ ਦੇ ਜਿਹੜੇ ਪ੍ਰਸ਼ਾਦ ਪਾਣੀ ਆ ਉਹ ਵੀ ਗੁਰੂ ਦੇ ਲੰਗਰ ਦੇ ਵਿੱਚੋਂ ਗਰੀਬਾਂ ਦੇ ਮੂੰਹ ਦੇ ਵਿੱਚੋਂ ਖੋਹ ਗਏ ਤੇ ਇਸ ਤਰ੍ਹਾਂ ਇਹ ਸਭ ਕੁਝ ਕਰਦੇ ਨੇ ਤੇ ਚੋਣਾਂ ਲਈ ਇਹ ਵਰਤ ਰਹੇ ਨੇ। ਕੱਲ੍ਹ ਇੱਕ ਇਸ ਤਰ੍ਹਾਂ ਦਾ ਵਾਕਿਆ ਵੀ ਉਹ TV ਤੇ ਵੀ ਆਇਆ, ਸਭ ਕੁਝ ਤੁਸੀਂ ਵੇਖਿਆ ਕਿ ਇੱਕ ਥਾਂ ਇਹ ਕਿਸੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਸੀ, ਉਹਦੇ ਘਰ ਗਏ, ਉੱਥੇ ਇਕੱਠ ਕੀਤਾ ਔਰ ਇਕੱਠ ਕਰਨ ਤੋਂ ਬਾਅਦ ਬੀਬੀ ਜਗੀਰ ਕੌਰ ਵੀ ਉੱਥੇ ਸੀ ਔਰ ਉਹ ਜਿਹੜਾ ਮਜੀਠਾ ਉਹ ਵੀ ਉੱਥੇ ਸੀ, ਵਟੋਆ MLA ਸਾਹਿਬ ਜਿਹੜੇ ਪੁਰਾਣੇ ਨੇ ਉਹ ਵੀ ਉੱਥੇ ਸੀ, ਹਰਮੀਤ ਸਿੰਘ ਹੋਰ ਵੀ ਲੀਡਰ ਸਾਹਿਬਾਨ ਸਾਰੇ ਉੱਥੇ ਸੀ। ਬੀਬੀ ਜਗੀਰ ਕੌਰ ਦੀ ਹਾਜ਼ਰੀ ਦੇ ਵਿੱਚ ਉੱਥੇ ਸਾਰੇ ਖੁੱਲ੍ਹੇ ਆਮ ਸ਼ਰਾਬ, ਉੱਥੇ ਉਹਨਾਂ ਦੀ ਹਾਜ਼ਰੀ ਔਰ ਵੀਡੀਓ 'ਚ ਸਭ ਕੁਝ ਸਪਸ਼ਟ ਦਿਖਦਾ ਕਿ ਇਹੋ ਜਿਹੇ ਇਹ ਕਾਰਨਾਮੇ ਜਿਹੜੇ ਆ ਇਹ ਕਰਨ ਲੱਗ ਪਏ ਨੇ। ਮੈਂ ਸਮਝਦਾ ਅੱਤ ਤੇ ਤੱਤ ਦਾ ਹਮੇਸ਼ਾ ਵੈਰਨ ਦਾ ਗੁਰੂ ਦੇ ਘਰ ਦੇਰ ਆ, ਹਨੇਰ ਨਹੀਂ। ਡੇਰਾ ਸਿਰਸਾ ਸਾਹਿਬ ਦੇ ਹੱਕ 'ਚ ਧਰਨਾ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਸੂਤੇ ਫਸਦੇ ਜਾ ਰਹੇ ਨੇ। ਸਿੱਖ ਜਥੇਬੰਦੀਆਂ ਨੇ ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਕਰ ਗੋਬਿੰਦ ਸਿੰਘ ਲੌਂਗੋਵਾਲ ਦਾ ਅਸਤੀਫਾ ਮੰਗਿਆ ਤੇ ਕਿਹਾ ਕਿ ਲੌਂਗੋਵਾਲ ਇੱਕ ਡੇਰਾ ਪ੍ਰੇਮੀ ਹੈ ਜਿਸਨੇ ਸੌਦਾ ਸਾਧ ਦੇ ਹੱਕ 'ਚ ਲੱਗੇ ਧਰਨੇ ਤੇ ਸ਼ਮੂਲੀਅਤ ਕੀਤੀ, ਸੋ ਲੌਂਗੋਵਾਲ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਏ ਜਾਣ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਹੁਣ ਸਿੱਖ ਜਥੇਬੰਦੀਆਂ ਖੁੱਲ੍ਹ ਕੇ ਸਾਹਮਣੇ ਆਈਆਂ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਵੱਡੇ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਹੱਕ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧਰਨਾ ਦਿੱਤਾ ਗਿਆ ਸੀ ਅਤੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਇੱਕ ਡੇਰਾ ਪ੍ਰੇਮੀ ਹਨ। ਦੁਨੀਆ ਭਰ ਦੀ ਨਿਗਾਹ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਸਨੇਹੇ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਰੱਖਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮਾਂ ਤੇ ਉਹਨਾਂ ਪ੍ਰੋਗਰਾਮਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੇ ਉੱਤੇ ਹੈ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਕੋਈ ਡੇਰਾ ਪ੍ਰੇਮੀ ਜਾਂ ਡੇਰਾ ਸਮਰਥਕ ਜਿਹੜਾ ਆ ਉਹ ਨਹੀਂ ਨਿਭਾ ਸਕਦਾ ਅਤੇ ਡੇਰਾ ਸਿਰਸਾ ਦੀ ਸਿਫਾਰਿਸ਼ ਤੇ ਹੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। CBI ਕੋਲ ਕੇਸ ਗਏ ਹੈ ਇਨਕੁਆਰੀ ਵਾਸਤੇ ਸੌਦਾ ਸਾਧ ਦੇ, ਭਾਵੇਂ ਉਹ ਸਾਧਵੀਆਂ ਦਾ ਮਸਲਾ ਸੀ ਜਾਂ ਫਿਰ ਛਤਰਪਤੀ ਜੀ ਦੇ ਕਤਲ ਦਾ ਮਸਲਾ ਸੀ, ਰਣਜੀਤ ਕਤਲकांड ਦਾ ਮਸਲਾ ਸੀ, ਤਾਂ ਇਹਦੀ ਜਾਂਚ CBI ਕਰੇਗੀ। ਇਸ ਗੱਲ ਦੇ ਨਾਲ ਸੌਦਾ ਸਾਧ ਦੇ ਚੇਲਿਆਂ ਦੀਆਂ ਜਿਹੜੀਆਂ ਭਾਵਨਾਵਾਂ ਭਟਕੀਆਂ ਕੁਦਰਤੀ ਸੀ, ਕਿਉਂਕਿ ਉਹ ਉਸ ਮਨੁੱਖ ਨੂੰ ਭਗਵਾਨ ਦਾ ਰੂਪ ਮੰਨਦੇ ਸੀਗੇ। ਉਹਨਾਂ ਨੂੰ ਲੱਗਿਆ ਕਿ ਸਾਡੇ ਰੱਬ ਦੇ ਖਿਲਾਫ ਇਹ ਜਾਂਚ ਹੋਣ ਲੱਗੀ ਹੈ। ਦੁਨਿਆਵੀ CBI, ਦੁਨਿਆਵੀ ਸਿਸਟਮ ਸਾਡੇ ਭਗਵਾਨ ਦੇ ਖਿਲਾਫ ਇਸ ਤਰ੍ਹਾਂ ਜਾਂਚ ਕਰੇ, ਇਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਉਸ ਵਕਤ ਜਿਹੜੇ ਉਹ ਰੋਸ ਕਰਨ ਵਾਲੇ ਲੋਕ ਸੀ, 21 ਸਤੰਬਰ 2005 ਦੇ ਵਿੱਚ ਸੰਗਰੂਰ DC ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਰੋਸ ਮਾਰਚ ਕੱਢੇ ਗਏ। ਤਾਂ ਉਸ ਰੋਸ ਜਤਾਉਣ ਵਾਲਿਆਂ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਨਾਲ ਪ੍ਰਮੁੱਖ ਤੌਰ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਹਾਜ਼ਰੀ ਭਰੀ, ਜਿਨ੍ਹਾਂ ਡੇਰਾ ਪ੍ਰੇਮੀਆਂ ਦਾ ਦਿਲ ਦੁਖਿਆ ਕਿ CBI ਜਾਂਚ ਕਿਉਂ ਕਰ ਰਹੀ ਹੈ। ਉਹਨਾਂ ਨੇ ਕਿਹਾ ਸੀ, ਮਿਸਟਰ ਰਾਮ ਸਿੰਘ ਦੀ ਅਗਵਾਈ ਹੇਠ ਇਹ ਸਾਰਾ ਪ੍ਰੋਗਰਾਮ ਸੀ। ਉਹ ਕਹਿੰਦੇ ਸੀ ਕਿ CBI ਜਾਂਚ ਕਿਵੇਂ ਕਰੇ, ਕਿਉਂ ਕਰ ਰਹੀ ਹੈ ਇਹਦੀ, ਕਿਉਂਕਿ ਸਾਡੀਆਂ ਭਾਵਨਾਵਾਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ। ਇੱਕ ਗੁੰਮਨਾਮ ਲੈਟਰ ਜਿਹੜਾ ਭੇਜਿਆ ਗਿਆ ਇੱਕ ਲੜਕੀ ਵੱਲੋਂ, ਕਿਸੇ ਅਣਪਛਾਤੇ ਪੱਤਰ ਦੇ ਆਧਾਰ ਤੇ ਸਾਡੇ ਗੁਰੂ, ਸਾਡੇ ਪੈਗੰਬਰ ਦੀ ਜਾਂਚ ਹੋਵੇ, ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਤਾਂ ਉਹ ਭਾਵਨਾਵਾਂ ਜਿਨ੍ਹਾਂ ਦੀਆਂ ਭਟਕੀਆਂ, ਉਹਨਾਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਵੀ ਇੱਕ ਸੀਗੇ। ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖ ਆਗੂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਸੰਸਾਰ ਵਿੱਚ ਬਹੁਤ ਵੱਡੀ ਹੈ, ਪਰ ਸਾਡਾ ਆਗੂ ਅਜਿਹਾ ਹੈ ਜੋ ਪੂਰੀ ਦੁਨੀਆ ਵਿੱਚ ਸਾਡਾ ਮਿਆਰ ਨੀਵਾਂ ਕਰ ਰਿਹਾ ਹੈ। ਲੌਂਗੋਵਾਲ ਖਿਲਾਫ ਬੋਲਦੇ ਹੋਏ ਉਹਨਾਂ ਕਿਹਾ ਕਿ ਗੁਰਬਾਣੀ, ਸਿੱਖ ਮਰਿਆਦਾ ਅਤੇ ਸਿੱਖ ਸਿਧਾਂਤਾਂ ਬਾਰੇ ਲੌਂਗੋਵਾਲ ਨੂੰ ਕੋਈ ਗਿਆਨ ਨਹੀਂ। ਗੋਬਿੰਦ ਸਿੰਘ ਲੌਂਗੋਵਾਲ ਹੈ ਜਿਹੜਾ ਡੇਰਾ ਸਮਰਥਕ ਹੈ, ਇਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਸੁਖਬੀਰ ਦੀ ਕੀ ਮਜਬੂਰੀ ਸੀ? ਜੇ ਉਹਨੇ ਇਹ ਗਲਤੀ ਕੀਤੀ ਹੈ ਤਾਂ ਅਕਾਲ ਤਖਤ ਸਾਹਿਬ ਨੇ ਅਜੇ ਤੱਕ ਇਹ ਐਕਸ਼ਨ ਕਿਉਂ ਨਹੀਂ ਲਿਆ? ਇਹਦੇ ਤੇ ਸੁਖਬੀਰ ਨੂੰ ਕਿਉਂ ਨਹੀਂ ਪੁੱਛਿਆ ਗਿਆ ਔਰ ਲੌਂਗੋਵਾਲ ਨੂੰ ਤਲਬ ਅਜੇ ਤੱਕ ਕਿਉਂ ਨਹੀਂ ਕੀਤਾ ਗਿਆ? ਕੀ ਇਹਨੇ ਲੌਂਗੋਵਾਲ ਨੇ ਆਪਣੀ ਭੁੱਲ ਬਖਸ਼ਾ ਲਈ ਹੈ? ਅਜੇ ਤੱਕ ਕਿ ਆਪਾਂ ਜਿਹੜਾ ਪਿਛਲੇ ਸਿਸਟਮ ਦੇ ਵਿੱਚ ਇਹ ਸਮਰਥਕ ਰਹੇ ਨੇ, ਉਹਦੇ ਜਦੋਂ ਜਿਹੜੇ ਰੋਸ ਕਰਦੇ ਰਹੇ ਨੇ ਪ੍ਰੇਮੀ, ਕਿੰਨਾ ਕੁਝ ਸਮਾਜ ਦੇ ਵਿੱਚ ਵਾਪਰ ਜਾਂਦਾ ਹੈ ਔਰ ਉਦੋਂ ਇਹ ਕਦੇ ਬਿਲਕੁਲ ਨਹੀਂ ਬੋਲਦੇ। ਇਹਦੇ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਗੋਬਿੰਦ ਸਿੰਘ ਲੌਂਗੋਵਾਲ ਇੱਕ ਬਹੁਤ ਨੀਵੇਂ ਪੱਧਰ ਦੇ ਵਿਅਕਤੀ ਨੇ। ਕਦੇ ਉਹ ਗੁਰਬਾਣੀ ਦੀ ਪੰਕਤੀ ਪੜ੍ਹਦਿਆਂ ਗੁਰਬਾਣੀ ਗਲਤ ਪੜ੍ਹ ਜਾਂਦੇ ਨੇ, ਇਤਿਹਾਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ, ਰਹਿਤ ਮਰਿਆਦਾ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ, ਨਾ ਕੋਈ ਵਿਦਵਤਾ ਦਾ ਪੱਖ ਹੈ, ਨਾ ਉਹਨਾਂ ਨੂੰ ਚੱਜ ਨਾਲ ਸਿੱਖੀ ਦੀ ਗੱਲ ਤਾਂ ਉਹ ਰੱਖ ਹੀ ਨਹੀਂ ਸਕਦੇ। ਕੋਈ ਨਾਰਮਲ ਵੀ ਉਹਨਾਂ ਨਾਲ ਗੱਲ ਕਰੇ ਤੇ ਸੋਹਣੇ ਢੰਗ ਨਾਲ ਗੱਲ ਨਹੀਂ ਕਰ ਸਕਦੇ। ਇਹ ਮਹਿਸੂਸ ਕਰਦੇ ਹਾਂ ਅਸੀਂ ਕਿ ਅਸਲ ਵਿੱਚ ਸਾਡੀ ਕੌਮ ਦਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਲੂਸ ਕੱਢਣ ਵਾਸਤੇ, ਕਿ ਸਾਡੀ ਅਮੇਜ਼ ਬਣੇ ਲੋਕਾਂ ਦੇ ਵਿੱਚ ਕਿ ਸਿੱਖਾਂ ਦਾ ਜਿਹੜਾ ਨੁਮਾਇੰਦਾ ਹੈ ਉਹ ਲੌਂਗੋਵਾਲ ਇਹਨਾਂ ਦਾ ਲੀਡਰ ਹੈ, ਇਹਨਾਂ ਦੀ ਕਮਾਂਡ ਕਰ ਰਿਹਾ ਹੈ। ਆਧੁਨਿਕ ਧਰਮ ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਆ, ਉਹਨਾਂ ਦੀ ਕਮਾਂਡ ਲੌਂਗੋਵਾਲ ਵਰਗਾ ਗੜਵਈ ਲੈਵਲ ਦਾ ਬੰਦਾ, ਬਹੁਤ ਨੀਵੇਂ ਲੈਵਲ ਦਾ ਬੰਦਾ ਕਰੇ। ਤੇ ਇੱਥੋਂ ਸਾਫ਼ ਹੁੰਦਾ ਹੈ ਕਿ ਪੰਥ ਦੋਖੀ ਏਜੰਸੀਆਂ ਇਹਨਾਂ ਬੰਦਿਆਂ ਦੇ ਰਾਹੀਂ ਸਾਡੀ ਕੌਮ ਦਾ ਅਮੇਜ਼ ਜਿਹੜਾ ਹੈ ਉਹ ਨੀਵਾਂ ਸੁੱਟਣਾ ਚਾਹੁੰਦੇ ਆ, ਤਾਂ ਜੋ ਓਵਰਆਲ ਇਹ ਮੈਸੇਜ ਆਵੇ ਕਿ ਸਿੱਖ ਜਿਹੜੇ ਨੇ ਬਿਲਕੁਲ ਅਨਪੜ੍ਹ ਨੇ ਔਰ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਸ ਮਸਲੇ ਦੇ ਉੱਤੇ ਕਿਵੇਂ ਗੱਲ ਕਰਨੀ ਚਾਹੀਦੀ ਹੈ। ਇਹ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਭੁੱਲ ਜਾਂਦੇ ਨੇ, ਇਹਨਾਂ ਨੂੰ ਕੋਈ ਮੁਹੱਬਤ ਨਹੀਂ।
ਇਹ ਸਾਰਾ ਜਿਹੜਾ ਸਾਨੂੰ ਮਹਿਸੂਸ ਹੋ ਰਿਹਾ ਹੈ। ਹਰਜਿੰਦਰ ਸਿੰਘ ਮਾਂਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਇੱਕ ਡੇਰਾ ਪ੍ਰੇਮੀ ਸਾਡੀ ਨੁਮਾਇੰਦਗੀ ਕਰੇਗਾ, ਜੋ ਸਾਨੂੰ ਕਬੂਲ ਨਹੀਂ ਹੈ। ਲੌਂਗੋਵਾਲ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇਣ। ਕਿ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸੁਨੇਹਾ ਅਸੀਂ ਦੁਨੀਆ ਨੂੰ ਦੇਣਾ ਹੈ ਕਿ ਗੁਰੂ ਸਾਹਿਬ ਦਾ ਰੂਹਾਨੀ ਉਪਦੇਸ਼ ਕੀ ਹੈ, ਕਿਵੇਂ ਉਹਨਾਂ ਨੇ ਇੱਕ ਓੰਕਾਰ ਦੀ ਗੱਲ ਕੀਤੀ, ਬਰਾਬਰੀ ਦੀ ਗੱਲ ਕੀਤੀ, ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਤਾਂ ਇਹ ਮੈਸੇਜ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦੇਣਾ ਹੈ, ਤਾਂ ਉਹ ਸਾਰੇ ਸਮਾਗਮਾਂ ਦੀ ਕਮਾਂਡ ਇੱਕ ਐਸਾ ਵਿਅਕਤੀ ਕਰ ਰਿਹਾ ਹੈ ਜਿਹੜਾ ਡੇਰਾ ਸਮਰਥਕ ਹੈ। ਤਾਂ ਇਹ ਕਿਸ ਕਿਸਮ ਦਾ ਸਾਡਾ ਸਤਿਗੁਰੂ ਜੀ ਦਾ ਸੁਨੇਹਾ ਠੀਕ ਢੰਗ ਨਾਲ ਕਿਵੇਂ ਪਹੁੰਚਾ ਸਕਣਗੇ। ਅਕਾਲੀ ਟਕਸਾਲੀਆਂ ਵੱਲੋਂ ਖਡੂਰ ਹਲਕੇ ਤੋਂ ਭਾਰਤ ਦੇ ਆਰਮੀ ਚੀਫ ਜਨਰਲ ਜੇ ਸਿੰਘ ਦਾ ਨਾਮ ਦਿੱਤਾ ਗਿਆ ਸੀ। ਇਸ ਦੇ ਬਾਅਦ ਜਨਰਲ ਜੇ ਸਿੰਘ ਦੇ ਦੁਆਰਾ ਆਪਣਾ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਬਹੁਤ ਲੋਕ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। 2019 ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਸਾਰੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਪੇਸ਼ ਕੀਤੇ ਜਾ ਰਹੇ ਨੇ। ਉੱਥੇ ਹੀ ਸਭ ਤੋਂ ਪਹਿਲਾਂ ਅਕਾਲੀ ਟਕਸਾਲੀਆਂ ਵੱਲੋਂ ਖਡੂਰ ਹਲਕੇ ਤੋਂ ਭਾਰਤ ਦੇ ਆਰਮੀ ਚੀਫ ਜਨਰਲ ਜੇ ਸਿੰਘ ਦਾ ਨਾਂ ਦਿੱਤਾ ਗਿਆ ਸੀ। ਉਸ ਦੇ ਬਾਅਦ ਅੱਜ ਜਨਰਲ ਜੇ ਸਿੰਘ ਦੇ ਦੁਆਰਾ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਹਨਾਂ ਦੇ ਨਾਲ ਕਾਫੀ ਲੋਕ ਜੁੜ ਰਹੇ ਨੇ। ਉਹਨਾਂ ਨੇ ਕਿਹਾ ਕਿ ਅੱਜ ਕਾਫੀ ਮਾਤਰਾ ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ, ਜਿਸ ਕਰਕੇ ਪਾਰਟੀ 'ਚ ਖੁਸ਼ੀ ਦਾ ਮਾਹੌਲ ਹੈ। ਸਰੂਪਤ ਬਹੁਤ ਲੋਕਾਂ ਨੂੰ ਪਾਇਆ ਵਾ, ਇਹ ਤੇ ਇਹਨਾਂ ਦੇ ਤੇ ਮੈਂ ਸ਼ਾਇਦ ਨਾਂ ਨਿਗਾ ਜਾਣਦਾ, ਲੇਕਿਨ ਬਹੁਤ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਉੱਥੇ ਹੀ ਦੂਜੇ ਪਾਸੇ ਖਡੂਰ ਸਾਹਿਬ ਤੋਂ ਟਕਸਾਲੀ ਅਕਾਲੀ ਦੇ ਉਮੀਦਵਾਰ ਜਨਰਲ ਜੇ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਦੇ ਦੁਆਰਾ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਦੇਖਦੇ ਹੋਏ ਅੱਜ ਉਹਨਾਂ ਦੇ ਦੁਆਰਾ ਮੀਟਿੰਗ ਵੀ ਕੀਤੀ ਜਾ ਰਹੀ ਹੈ। ਅੱਜ ਤੋਂ ਸ਼ੁਰੂ ਹੋਇਆ ਨਾ, ਮੈਂ ਚਾਹੁੰਦਾ ਵੀ ਸੀ ਕਿ ਲੋਕ ਸੋਚਣ ਅੱਜ ਤੋਂ ਸ਼ੁਰੂ ਹੋਇਆ, ਅਸਲੀਅਤ ਮੈਂ 10 ਦਿਨ ਪਹਿਲੇ ਸ਼ੁਰੂ ਕਰਤਾ। ਸਾਡੇ ਕਹਿੰਦੇ ਨਾ ਅਟੈਕ ਦਾ HR ਹੁੰਦਾ, ਜਿਹੜੇ ਸਿਆਣੇ ਹੁੰਦੇ H-10 ਮਿੰਟ ਤੇ ਸ਼ੁਰੂ ਕਰ ਦਿੰਦੇ ਤਾਂ ਕਿ ਹਮੇਸ਼ਾ ਅੱਗੇ ਰਹਿਣ। ਮੇਰੇ ਜਿਹੜੇ ਪ੍ਰਤੀਦਵੰਦੀ ਹੈ ਹਾਲੇ ਕਾਂਗਰਸ ਦਾ ਤੇ ਨਾਂ ਹੀ ਨਹੀਂ ਆਇਆ, ਜਿਹੜੇ ਆਏ ਨੇ ਉਹ ਇੱਕ ਬੀਬੀ ਦਾ ਹੁਣ ਆਇਆ, ਇੱਕ ਬੀਬੀ ਦਾ 2-4 ਦਿਨ ਪਹਿਲੇ ਆਇਆ। ਆਪਾਂ ਹਰੀ ਚੰਡੀ ਬ੍ਰਹਮਪੁਰਾ ਜੀ ਨੇ 10 ਦਿਨ ਪਹਿਲੇ ਦੇ ਦਿੱਤੀ, ਆਪਾਂ ਤੇ ਮੈਰਾਥਨ ਰੇਸ 'ਚ 7 ਕਿਲੋਮੀਟਰ ਅੱਗੇ ਨੱਠ ਚੁੱਕੇ ਹਾਂ, ਉਹਨਾਂ ਨੂੰ ਕੈਚਅਪ ਕਰਨਾ ਪਏਗਾ। ਤਾਂ ਇਸ ਕਰਕੇ ਮੈਂ ਦ੍ਰਿੜ ਨਿਸ਼ਚੇ ਨਾਲ ਇਸ ਰਣ ਮੈਦਾਨ 'ਚ ਉਤਰਿਆ ਕਿ ਮੈਂ ਸੇਵਾ ਕਰਨਾ ਚਾਹੁੰਦਾ ਔਰ ਲੋਕਾਂ ਦੀ ਰੱਜ ਕੇ ਸੇਵਾ ਕਰਾਂਗਾ। ਮੌਕਾ ਚਾਹੀਦਾ। ਨਾਲ ਹੀ ਜਨਰਲ ਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਸੀ। ਇਸ ਮੌਕੇ ਜੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਲੰਮੇ ਹੱਥੀ ਲਿਆ। ਉਹ ਤਾਂ ਕਹਿਣ ਨੂੰ ਸਭ ਕੁਝ ਕਹਿੰਦੇ ਨੇ, ਦੇਖੋ ਜੀ ਉਹਨੇ कहने और कथनी च बहुत फर्क है, करनी च बहुत फर्क है। हाँ जी, क्योंकि कहण नूं कुछ भी कहो, वो कहता गुटका जी दी सौं खाना 4 हफ्तिਆਂ 'ਚ उड़ा दांगा। 4 हफ्ते ਤੇ किन्ने 2 साल होण लगे ने, ਉਹਨੇ 4 हफ्ते नहीं मुक्के। ਤੇ ਕਹਿਣ ਦਾ ਮਤਲਬ ਹੈ ਝੂਠੇ ਵਾਅਦੇ। ਆਹ ਜਿਹੜਾ ਹੈ ਨਾ, ਇਹ ਸਭ ਤੋਂ ਮਾੜਾ ਕੰਮ ਕਰ ਰਿਹਾ। ਜਿਹੜਾ ਹੁਣ ਗਵਰਨਮੈਂਟ ਲੱਗੀ ਹੈ ਨਾ ਅਮਰਿੰਦਰ ਸਿੰਘ ਦੀ, ਸਭ ਤੋਂ ਮਾੜੀ ਨਕਮੀ ਗਵਰਨਮੈਂਟ ਹੈ। ਸਾਰੇ ਵਾਰੀ ਇਹੀ ਕਹਿੰਦੇ ਨੇ, ਇਹਨਾਂ ਨੇ ਕੁਝ ਨਹੀਂ ਕੀਤਾ। ਵਾਅਦੇ ਦਿੱਤੇ ਝੂਠੇ, ਦਿਲਾਸੇ ਦਿੱਤੇ ਝੂਠੇ, ਕਹਿੰਦਾ ਘਰ ਘਰ ਨੌਕਰੀ ਦੇਵਾਂਗਾ। ਉਹ ਪਹਿਲੇ ਸੋਚ ਸਮਝ ਕੇ ਕਹੋ ਨਾ। ਆਹ ਜਿਹੜੀ ਹੁੰਦੀਆਂ ਇਹ ਜਬਲੀਆਂ ਹੁੰਦੀਆਂ ਨੇ, ਅੰਗਰੇਜ਼ੀ ਕਹਿੰਦੇ ਵਾਫਲਿੰਗ। ਕਦੀ ਕਹਿੰਦਾ ਜੀ ਉਹ ਲਾਂਘਾ, ਜਦੋਂ ਅਸੀਂ ਪਹਿਲਾ ਰਿਐਕਸ਼ਨ ਪਤਾ ਕੀ ਸੀ ਦਾ ਅਮਰਿੰਦਰ ਦਾ, ਕਹਿੰਦਾ ਜੀ ਇਹ ਸਿਕਿਉਰਿਟੀ ਦਾ ਹੈਜ਼ਰਡ ਹੈਗਾ, ਸਿਕਿਉਰਿਟੀ ਰਿਸਕ ਹੈਗੀ। ਮੈਂ ਕਿਹਾ ਤੁਹਾਡੇ ਨਾਲ ਜੋ ਬੈਠੇ ਹੋਏ ਨੇ ਉਹ ਨਹੀਂ ਸਿਕਿਉਰਿਟੀ ਦਾ ਰਿਸਕ, ਤੇ ਫਿਰ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ। ਅੱਛਾ ਕਹੋ ਜੀ ਸਿਕਿਉਰਿਟੀ ਰਿਸਕ ਹੈ, ਫਿਰ ਨਾਲ ਹਫਤੇ ਬਾਅਦ ਕਹਿੰਦਾ ਜੀ ਇੱਥੇ 24 ਘੰਟੇ ਦੇ ਦਰਸ਼ਨ ਹੋਣੇ ਚਾਹੀਦੇ। ਸਿਕਿਉਰਿਟੀ ਰਿਸਕ ਪਹਿਲੇ ਕਹਿੰਦਾ, ਫਿਰ 24 ਘੰਟੇ, ਫਿਰ ਕਹਿੰਦਾ ਵੀਜ਼ਾ ਫ੍ਰੀ ਹੋਣਾ ਚਾਹੀਦਾ। ਉਸ ਵੇਲੇ ਸਿਕਿਉਰਿਟੀ ਨਹੀਂ, ਪਹਿਲੀ ਗਲਤ ਸੀ ਜਾਂ ਹੁਣ ਗਲਤ ਹੈ। ਫਿਰ ਕਹਿੰਦਾ ਜੀ ਉਹ ਜਿਹੜਾ ਵਿੰਗ ਕਮਾਂਡਰ ਗਰੁੱਪ ਕੈਪਟਨ ਸਾਡਾ ਆਏਗਾ ਪਾਇਲਟ, ਮੈਂ ਰਿਸੀਵ ਖੁਦ ਕਰਾਂਗਾ। ਜਦੋਂ ਪਤਾ ਲੱਗਿਆ ਕਿ ਰਾਤ ਦੇ 1-2 ਵਜੇ ਜਾਣੇ, ਉਹਨਾਂ ਦੇ ਹਿੰਮਤ ਨਹੀਂ ਹੈਗੀ। ਕਹਿੰਦਾ ਜੀ ਪ੍ਰੋਟੋਕਾਲ ਦੇ ਮੁਤਾਬਿਕ ਮੈਂ ਵਾਪਸ ਜਾ ਰਿਹਾ। ਤੂੰ ਪਹਿਲੇ ਕਿਉਂ ਬਿਆਨ ਕੀਤਾ ਬਾਈ? ਸੋਚ ਲੈਣਾ ਸੀਗਾ, ਪ੍ਰੋਟੋਕਾਲ ਸੀਗਾ ਨਹੀਂ ਸੀਗਾ। ਇਹ ਜਿਹੜੇ ਝੂਠੇ ਕੰਮ ਕਰਦੇ ਨੇ ਨਾ, ਇੱਕ ਝੂਠ ਵਾਸਤੇ 100 ਝੂਠ ਬੋਲਣਾ ਪੈਂਦਾ। ਆਹੀ ਕਹਿਣਾ ਚਾਹੁੰਦਾ, ਛੋਟੀ ਛੋਟੀ ਚੀਜ਼ਾਂ ਦੱਸਦੀਆਂ ਕਿ ਬੰਦੇ ਦੀ ਨੀਅਤ ਕੀ ਹੈ। ਨਾ ਨੀਅਤ ਠੀਕ ਹੈ, ਨਾ ਨੀਤੀਆਂ ਠੀਕ ਨੇ। ਕਰਨ ਦੇ ਉਹਨਾਂ ਨੂੰ ਜੋ ਕਰਦੇ ਨੇ। ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਗਿਆ ਨੋਟਿਸ ਮਿਲ ਚੁੱਕਿਆ ਹੈ। ਇਸ ਦੀ ਪੁਸ਼ਟੀ ਸੁਖਪਾਲ ਸਿੰਘ ਖਹਿਰਾ ਨੇ ਖੁਦ ਇੱਕ ਨਿੱਜੀ ਅਖਬਾਰ ਨੂੰ ਦਿੱਤੀ। ਅੱਜਕੱਲ ਕਾਫੀ ਸੁਰਖੀਆਂ 'ਚ ਛਾਏ ਹੋਏ ਨੇ ਸੁਖਪਾਲ ਸਿੰਘ ਖਹਿਰਾ।
ਪਰ ਹੁਣ ਇੱਕ ਵਾਰ ਫੇਰ ਖਹਿਰਾ ਲਈ ਮੁਸੀਬਤ ਖੜੀ ਕਰ ਦਿੱਤੀ ਹੈ ਸਪੀਕਰ ਸਾਹਿਬ ਨੇ। ਜੀ ਹਾਂ, ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਨੋਟਿਸ ਭੇਜਿਆ ਜਾ ਚੁੱਕਿਆ ਹੈ ਤੇ ਇਹ ਨੋਟਿਸ ਸੁਖਪਾਲ ਸਿੰਘ ਖਹਿਰਾ ਨੂੰ ਮਿਲ ਵੀ ਗਿਆ ਹੈ। ਇਸ ਗੱਲ ਦਾ ਖੁਲਾਸਾ ਖੁਦ ਖਹਿਰਾ ਨੇ ਇੱਕ ਪ੍ਰਾਈਵੇਟ ਅਖਬਾਰ ਰਾਹੀਂ ਕੀਤਾ। ਖਹਿਰਾ ਨੇ ਕਿਹਾ ਕਿ ਮੈਨੂੰ ਨੋਟਿਸ ਮਿਲ ਗਿਆ ਹੈ ਜਿਸ ਦਾ ਮੈਂ ਜਲਦ ਹੀ ਜਵਾਬ ਦੇਵਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਕਾਦੀਆਂ 'ਚ ਵਰਕਰਾਂ ਨਾਲ ਮੀਟਿੰਗ ਕੀਤੀ, ਜਿੱਥੇ ਮਜੀਠੀਆ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਚੁਣੌਤੀ ਦੇ ਕੇ ਕਿਹਾ ਕਿ ਉਹ ਗੁਰਦਾਸਪੁਰ ਤੋਂ ਨਹੀਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਲੜ ਕੇ ਤੇ ਸੀਟ ਜਿੱਤ ਕੇ ਦਿਖਾਉਣ। ਹਲਕਾ ਕਾਦੀਆਂ 'ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਤੇ ਵਿਕਰਮ ਮਜੀਠੀਆ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ, ਜਿਸ ਮਜੀਠੀਆ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਚੁਣੌਤੀ ਵੀ ਦੇ ਦਿੱਤੀ ਕਿ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਨੂੰ ਛੱਡ ਕੇ ਆਪਣੇ ਹਲਕੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਅਤੇ ਆਪਣੀ ਸੀਟ ਤੇ ਜਿੱਤ ਕੇ ਦਿਖਾਉਣ। ਮਜੀਠੀਆ ਨੇ ਸੁਨੀਲ ਜਾਖੜ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਸੁਨੀਲ ਆਪਣੇ ਹੀ ਘਰ ਮਤਲਬ ਕਿ ਅਬੋਹਰ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ ਹੈ ਅਤੇ ਜਾਖੜ ਆਪਣੇ ਘਰ ਤੋਂ ਕੱਢਿਆ ਫੇਲੀਅਰ ਇਨਸਾਨ ਹੈ। ਮਗਰ ਮੈਨੂੰ ਹੈਰਾਨਗੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੇ ਘਰੋਂ ਰਿਜੈਕਟਡ ਹੋਵੇ, ਹੁਣ ਜਾਖੜ ਸਾਹਿਬ ਨੂੰ ਅਬੋਹਰ ਦੇ ਲੋਕਾਂ ਨੇ ਵਿਹਲਾ ਕਰਤਾ ਤੇ ਉਹ ਅਬੋਹਰ ਛੱਡ ਕੇ ਜਿਹੜਾ ਆਪਦੇ ਘਰ 'ਚ ਫੇਲੀਅਰ ਹੋ ਗਿਆ, ਅੱਜ ਉਹ ਆ ਕੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਆ, ਫਿਰ ਕਹਿ ਰਹੇ ਕਿ ਕਾਂਗਰਸ ਦੀ ਕਾਰਗੁਜ਼ਾਰੀ ਬੜੀ ਚੰਗੀ। ਜੇ ਐਡੀ ਚੰਗੀ ਹੈ ਤੇ ਹਿੰਮਤ ਵਿਖਾਓ। ਮੈਂ ਚੈਲੰਜ ਦਿੰਦਾ, ਜਾ ਕੇ ਫਿਰੋਜ਼ਪੁਰ ਤੋਂ ਚੋਣ ਲੜੋ ਆਪਣੇ ਘਰ 'ਚੋਂ ਤੇ ਲੋਕ ਫੈਸਲਾ ਕਰ ਲੈਣਗੇ। ਮਜੀਠੀਆ ਨੇ ਜਾਖੜ ਨੂੰ ਚੁਣੌਤੀ ਦੇਣ ਤੋਂ ਬਾਅਦ ਕਿਹਾ ਕਿ ਪਰ ਜਾਖੜ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਫਿਰੋਜ਼ਪੁਰ ਤੋਂ ਚੋਣ ਨਹੀਂ ਜਿੱਤ ਪਾਣਗੇ। ਇਸ ਮੌਕੇ ਵਿਕਰਮ ਮਜੀਠੀਆ ਨੇ ਸੁਨੀਲ ਜਾਖੜ ਨੂੰ ਖੂਬ ਲੰਮੇ ਹੱਥੀ ਲਿਆ। ਆ ਕੁਝ ਕਾਂਗਰਸੀ ਵੀ ਇਹੀ ਗੱਲ ਕਹਿ ਰਹੇ ਆ ਤੇ ਮੈਂ ਤਾਂ ਉਹਨਾਂ ਤੋਂ ਮੈਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਜੇ ਤੁਹਾਡੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਫਿਰ ਸੱਜੇ ਖੱਬੇ ਨਾ ਭੱਜੋ, ਕਿਉਂਕਿ ਨਵੇਂ ਲੋਕਾਂ ਨੇ ਨਹੀਂ ਤਜਰਬਾ ਹੁੰਦਾ, ਘਰਦਿਆਂ ਦੇ ਲੋਕਾਂ ਨੂੰ ਵੱਧ ਪਤਾ ਹੁੰਦਾ ਘਰ ਦੇ ਬਾਰੇ, ਘਰ ਦੇ ਬੰਦੇ ਬਾਰੇ, ਤੇ ਜਾ ਕੇ ਬੋਰ ਤੋਂ ਲੜੋ, ਫਿਰੋਜ਼ਪੁਰ ਤੋਂ ਲੋਕ ਸਭਾ ਲੜੋ ਜੇ ਹਿੰਮਤ ਹੈ। ਮਗਰ ਮੈਂ ਤੁਹਾਨੂੰ ਸਪਸ਼ਟ ਕਰਦਾ ਉਹਨਾਂ ਨੇ ਲੜਨੀ ਨਹੀਂ, ਉਹ ਮੈਦਾਨ ਉੱਥੋਂ ਛੱਡ ਕੇ ਭੱਜ ਚੁੱਕੇ ਕਿਉਂਕਿ ਉਹਨਾਂ ਪਤਾ ਮੈਨੂੰ ਹਾਰ ਹੋ ਜਾਣੀ। ਹਲਕਾ ਕਾਦੀਆਂ 'ਚ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਤੋਂ ਮੀਡੀਆ ਨੇ ਖਹਿਰਾ ਆਪ ਟਕਸਾਲੀਆਂ ਤੇ ਗੱਠਜੋੜ ਬਾਰੇ ਸਵਾਲ ਕੀਤੇ ਤੇ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਗੱਠਜੋੜ ਕਾਂਗਰਸ ਕਰਵਾ ਰਹੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਵੈਸੇ ਤਾਂ ਹਮੇਸ਼ਾ ਹੀ ਖਹਿਰਾ ਟਕਸਾਲੀ ਅਤੇ ਆਪ ਦੇ ਗੱਠਜੋੜ ਨੂੰ ਲੈ ਕੇ ਕਹਿੰਦੇ ਨੇ ਕਿ ਇਹ ਗੱਠਜੋੜ ਕਾਂਗਰਸ ਕਰਵਾ ਰਹੀ ਹੈ ਅਕਾਲੀਆਂ ਦੀ ਵੋਟ ਨੂੰ ਤੋੜਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਗੱਠਜੋੜ ਹੋ ਰਹੇ ਨੇ। ਇਸ ਵਾਰ ਵੀ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਹਲਕਾ ਕਾਦੀਆਂ 'ਚ ਮੀਡੀਆ ਦੇ ਰੂਬਰੂ ਹੋ ਕੇ ਇੱਕ ਵਾਰ ਫੇਰ ਇਹ ਗੱਲ ਕਹੀ। ਮਜੀਠੀਆ ਨੇ ਖਹਿਰਾ ਗਰੁੱਪ ਦੇ ਗੱਠਜੋੜ ਅਤੇ ਆਪ ਟਕਸਾਲੀ ਅਕਾਲੀ ਗੱਠਜੋੜ ਨੂੰ ਲੈ ਕੇ ਕਿਹਾ ਕਿ ਇਹ ਗੱਠਜੋੜ ਕਾਂਗਰਸ ਦੀ ਪੈਦਾਇਸ਼ ਹੈ ਕਿਉਂਕਿ ਕਾਂਗਰਸ ਇਸ ਗੱਠਜੋੜ ਦੇ ਜ਼ਰੀਏ ਅਕਾਲੀ ਦਲ ਭਾਜਪਾ ਨੂੰ ਨੁਕਸਾਨ ਪਹੁੰਚਾ ਆਪਣੇ ਆਪ ਨੂੰ ਜਿਤਾਉਣਾ ਚਾਹੁੰਦੀ ਹੈ। ਇਸ ਮੌਕੇ ਮਜੀਠੀਆ ਨੇ ਆਪ ਖਹਿਰਾ ਟਕਸਾਲੀਆਂ ਦੀ ਖੂਬ ਮੰਜੀ ਠੋਕੀ। ਇਹ ਸਾਰੇ ਜਿਹੜੇ ਗੱਠਜੋੜ ਹੈ ਕਾਂਗਰਸ ਕਰਾ ਰਹੀ ਆ, ਮਕਸਦ ਇੱਕ ਹੈ ਕਿ ਵਿਰੋਧੀ ਧਿਰ ਦੀ ਵੋਟ ਜਿਹੜੀ ਡਿਵਾਈਡ ਹੋਵੇ, ਉਹਦੇ ਨਾਲ ਫਾਇਦਾ ਕਾਂਗਰਸ ਨੂੰ ਪਹੁੰਚਦਾ। ਇਹ ਜਿੰਨੇ ਵੀ ਗੱਠਜੋੜ ਦੀ ਫਾਈਨੈਂਸਿੰਗ ਤੇ ਗੱਠਜੋੜ ਕਰਾਉਣੇ, ਇਹ ਸਾਰੇ ਤੇ ਸਾਰੇ ਕਾਂਗਰਸ ਭਵਨ ਤੇ ਬਹਿ ਕੇ ਪਲੈਨਿੰਗ ਹੋ ਰਹੀ ਹੈ। ਕੌਣ ਕਿੱਥੋਂ ਲੜੂਗਾ, ਕੌਣ ਕਿਹੜਾ ਕੈਂਡੀਡੇਟ ਹੋਊਗਾ, ਕਾਂਗਰਸ ਦੇ ਮੁਕਾਬਲੇ ਕਿਹੜਾ ਕੈਂਡੀਡੇਟ ਆਵੇ ਜਿਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਵੇ ਤੇ ਕਾਂਗਰਸ ਦਾ ਫਾਇਦਾ ਹੋਵੇ। ਅੱਜ ਵਿਧਾਨ ਸਭਾ ਦੇ ਅੰਦਰ ਵੀ ਦੇਖੋ, ਅੱਜ ਕਨਸਟੀਟਿਊਸ਼ਨ ਦੀਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਜਦ 3 ਮੈਂਬਰ ਅਸਤੀਫਾ ਦੇ ਗਏ, 7 ਵੱਖ ਹੋ ਗਏ ਆ ਤੇ ਫਿਰ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਬੈਠੇ ਜੇ ਉਹ ਹੈਗੇ ਆਪ ਵਾਲੇ ਤੇ ਕਾਂਗਰਸ ਦੀ ਰਹਿਮੋ ਕਰਮ ਨਾਲ ਬੈਠੇ, ਨਹੀਂ ਤਾਂ ਉਹ ਬਹਿ ਨਹੀਂ ਸਕਦੇ। ਤੇ ਗੱਠਜੋੜ ਤਾਂ ਸਿੱਧਾ ਹੀ ਆ, ਭਾਵੇਂ ਉਹਨਾਂ ਦਾ, ਭਾਵੇਂ ਜਿਹੜਾ ਅਸਤੀਫਾ ਦੇ ਕੇ ਗਏ ਉਹਨਾਂ ਦਾ ਮਨਜ਼ੂਰ ਨਹੀਂ ਹੁੰਦਾ ਖਹਿਰੇ ਵਰਗਿਆਂ ਦਾ, ਜਾਂ ਬਲਦੇਵ ਸਿੰਘ ਹੋਰਾਂ ਜਿਹੜੇ ਮਾਸਟਰ ਬਲਦੇਵ ਸਿੰਘ ਉਹ ਕੈਂਡੀਡੇਟ ਬਣ ਗਏ ਆ, ਹੁਣ ਤੱਕ ਤਾਂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਣਾ। ਖਜ਼ਾਨੇ ਦੀ ਲੁੱਟ ਹੋ ਰਹੀ ਹੈ, ਕਾਂਗਰਸ ਨਾਲ ਕਰਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਇੱਕ-ਇੱਕ ਕਰਕੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦਾ ਐਲਾਨ ਕਰਨ ਤੋਂ ਬਾਅਦ ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਦੇ ਨਾਂ ਤੇ ਮੁਹਰ ਲਗਾ ਦਿੱਤੀ ਹੈ। ਇਹਨਾਂ ਵਿੱਚੋਂ ਪਟਿਆਲਾ ਤੋਂ ਸੁਰਜੀਤ ਸਿੰਘ ਰਖੜਾ, ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਸ਼ਾਮਲ ਨੇ।
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਇੱਕ-ਇੱਕ ਕਰਕੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨੇ ਸ਼ੁਰੂ ਕਰ ਦਿੱਤੇ ਨੇ। ਪਹਿਲਾ ਉਮੀਦਵਾਰ ਉਹਨਾਂ ਨੇ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਐਲਾਨਿਆ ਤੇ ਇਸ ਤੋਂ ਬਾਅਦ ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਦੇ ਨਾਂ ਤੇ ਮੋਹਰ ਲਗਾਉਂਦੇ ਹੋਏ ਚੋਣ ਮੈਦਾਨ 'ਚ ਉਤਾਰਨ ਦਾ ਫੈਸਲਾ ਕਰ ਲਿਆ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ 3 ਉਮੀਦਵਾਰ ਕਿਹੜੇ ਨੇ ਤੇ ਕਿੱਥੋਂ ਚੋਣ ਲੜਨਗੇ। ਇਹਨਾਂ 'ਚੋਂ ਪਟਿਆਲਾ ਤੋਂ ਸਰਜੀਤ ਸਿੰਘ ਰਖੜਾ, ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ 13 ਸੀਟ ਲੋਕ ਸਭਾ ਸੀਟਾਂ 'ਚੋਂ ਸਿਰਫ 10 ਸੀਟਾਂ ਤੇ ਚੋਣ ਲੜਨੀ ਹੈ, ਜਿਨ੍ਹਾਂ 'ਚੋਂ 4 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਗੱਲ ਤੇ ਬੋਲਦੇ ਹੋਏ ਚੰਡੀਗੜ੍ਹ ਮੀਟਿੰਗ 'ਚ ਪਹੁੰਚੇ ਅਕਾਲੀ ਦਲ ਦੇ ਲੀਡਰ ਡਾਕਟਰ ਚੀਮਾ ਨੇ ਕਿਹਾ ਕਿ ਕੌ ਕਮੇਟੀ ਨੇ ਉਮੀਦਵਾਰਾਂ ਨੂੰ ਚੁਣਨ ਦਾ ਹੱਕ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਹੈ, ਇਸ ਲਈ ਉਮੀਦਵਾਰਾਂ ਦਾ ਫੈਸਲਾ ਉਹ ਕਰਨਗੇ। ਦੇਖੋ, ਕੱਲ ਜਿਹੜੀ ਕੋਰ ਕਮੇਟੀ ਦੀ ਵੀ ਔਰ ਜਿਹੜੀ ਸਾਡੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਸਾਰੇ ਅਧਿਕਾਰ ਜਿਹੜੇ ਕੈਂਡੀਡੇਟ ਅਨਾਉਂਸ ਕਰਨ ਦੇ ਉਹ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ। ਇਸ ਕਰਕੇ ਉਹ ਫੈਸਲਾ ਹੁਣ ਉਹਨਾਂ ਨੇ ਕਰਨਾ, ਕਿਉਂਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਵੀ ਨਾਮ ਜਿਹੜਾ ਉਹ ਨਹੀਂ ਲਾਇਆ ਗਿਆ। ਉਹ ਫੈਸਲਾ ਉਹਨਾਂ ਨੇ ਕਰਨਾ ਕਿ ਕਦੋਂ ਉਮੀਦਵਾਰ ਐਲਾਨਣਾ ਹੈ, ਕਿਹਨੂੰ ਐਲਾਨਣਾ ਹੈ। ਇਸ ਕਰਕੇ ਅਧਿਕਾਰਤ ਤੌਰ ਤੇ ਜਦੋਂ ਪ੍ਰਧਾਨ ਸਾਹਿਬ ਅਨਾਉਂਸ ਕਰਨਗੇ, ਉਹੀ ਜਿਹੜੇ ਹੈ ਸਾਡੇ ਕੈਂਡੀਡੇਟ ਹੋਣ। ਇਸ ਕਰਕੇ ਜਿਹੜੀ ਹੈਗੀ ਆ ਪਾਰਟੀ ਨੇ ਕੱਲ ਆਪਣੇ ਰਾਏ ਦਿੱਤੀਆਂ ਸਾਰਿਆਂ ਨੇ ਖੁੱਲ੍ਹ ਕੇ। ਫਾਈਨਲ ਹੁਣ ਪ੍ਰਧਾਨ ਸਾਹਿਬ ਜਦੋਂ ਜ਼ਰੂਰਤ ਸਮਝਣਗੇ, ਠੀਕ ਸਮਝਣਗੇ। ਪਰ ਹਰਸਿਮਰਤ ਕੌਰ ਬਾਦਲ ਹਲਕਾ ਬਠਿੰਡਾ ਤੋਂ ਚੋਣ ਲੜਨਗੇ ਜਾਂ ਫਿਰ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਤਾਰਿਆ ਜਾਵੇਗਾ, ਇਸ ਦਾ ਫੈਸਲਾ ਅਜੇ ਬਾਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ 1 ਹਫ਼ਤੇ ਦੇ ਅੰਦਰ ਸਾਰੀ ਤਸਵੀਰ ਸਾਫ਼ ਹੋ ਜਾਵੇਗੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੰਗਰੂਰ ਤੋਂ ਢੀਂਡਸਾ ਪਰਿਵਾਰ ਨੇ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕਾਂਗਰਸ 'ਚ ਸ਼ਾਮਿਲ ਹੋ ਚੁੱਕੇ ਨੇ। ਇਸ ਲਈ ਅਕਾਲੀ ਦਲ ਕਸੂਤਾ ਗਿਰ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਕਿਹੜਾ ਪੈਂਤਰਾ ਖੇਡਣਗੇ ਕਿ ਉਹਨਾਂ ਦੇ ਖਿਲਾਫ ਚੱਲਦੀਆਂ ਸਿਆਸੀ ਹਵਾਵਾਂ ਨੂੰ ਉਹ ਆਪਣੇ ਹੱਕ 'ਚ ਮੋੜ ਲੈਣ। ਇਹ ਹੁਣ ਸੁਖਬੀਰ ਬਾਦਲ ਦਾ ਅਗਲਾ ਕਦਮ ਦੱਸੇਗਾ ਕਿ ਹਵਾਵਾਂ ਸੁਖਬੀਰ ਬਾਦਲ ਦੇ ਹੱਕ 'ਚ ਚੱਲਦੀਆਂ ਨੇ ਜਾਂ ਫਿਰ ਹਨੇਰੀ ਬਣ ਬਗਾਵਤ ਕਰਦੀਆਂ ਨੇ। ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੇ ਪਿੰਡ ਜੰਡਿਆਲਾ 'ਚ ਇੱਕ ਪ੍ਰਵਾਸੀ ਵਿਅਕਤੀ ਨੇ ਗੁਆਂਢ 'ਚ ਰਹਿਣ ਵਾਲੀ 5 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਫਿਰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਆਰੋਪੀ ਨੂੰ ਦਬੋਚ ਲਿਆ ਗਿਆ ਹੈ ਤੇ ਪੁਲਿਸ ਦੁਆਰਾ ਆਰੋਪੀ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 5 ਸਾਲ ਦੀ ਮਾਸੂਮ ਬੱਚੀ, ਅਧੇੜ ਉਮਰ ਦਾ ਹੈਵਾਨ, ਮਾਮਲਾ ਬਲਾਤਕਾਰ ਕਰ ਮੌਤ ਦੇ ਘਾਟ ਉਤਾਰਨ ਦਾ, ਦੋਸ਼ੀ ਕਾਬੂ। ਮਾਮਲਾ ਲੁਧਿਆਣੇ ਦੇ ਨੇੜੇ ਪੈਂਦੇ ਪਿੰਡ ਜੰਡਿਆਲਾ ਦਾ ਹੈ। ਇਨਸਾਨੀਅਤ ਤੇ ਦਰਿੰਦਗੀ ਇੰਨੀ ਕੁ ਭਾਰੀ ਪੈ ਜਾਂਦੀ ਹੈ ਕਿ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ। ਜੀ ਹਾਂ, ਇਨਸਾਨ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਇੱਕ 5 ਸਾਲਾ ਮਾਸੂਮ ਬੱਚੀ। ਇੰਨਾ ਹੀ ਨਹੀਂ, ਉਸ ਅਧੇੜ ਉਮਰ ਦੇ ਬੇਗੈਰਤ ਇਨਸਾਨ ਨੇ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਵੀ ਉਤਾਰ ਦਿੱਤਾ। ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੇ ਪਿੰਡ ਜੰਡਿਆਲਾ 'ਚ ਇੱਕ ਪ੍ਰਵਾਸੀ ਵਿਅਕਤੀ ਨੇ ਗੁਆਂਢ 'ਚ ਰਹਿਣ ਵਾਲੀ 5 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਬੱਚੀ ਘਰ ਦੇ ਵਿਹੜੇ ਵਿੱਚ ਖੇਡ ਰਹੀ ਸੀ ਕਿ ਥੋੜੀ ਦੇਰ ਬਾਅਦ ਹੀ ਬੱਚੀ ਗੁੰਮ ਹੋ ਗਈ, ਜਿਸ ਦੇ ਬਾਅਦ ਉਸ ਨੂੰ ਤਲਾਸ਼ਣਾ ਸ਼ੁਰੂ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਨੇ ਦੱਸਿਆ ਕਿ ਆਰੋਪੀ ਵਿਅਕਤੀ ਘਬਰਾਇਆ ਹੋਇਆ ਸੀ ਅਤੇ ਭੱਜਣ ਦੀ ਫਿਰਾਕ ਦੇ ਚੱਲਦੇ ਆਪਣੇ ਕਮਰੇ ਦੀ ਚਾਬੀ ਫੜਾ ਕੇ ਖਿਸਕ ਗਿਆ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਕਮਰੇ ਵਿੱਚ ਵੇਖਿਆ ਕਿ ਚਾਦਰ ਵਿੱਚ ਬੱਚੀ ਖੂਨ ਨਾਲ ਲਥਪਥ ਪਈ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ। ਆਰੋਪੀ ਵਿਅਕਤੀ ਨੂੰ ਸਬਜ਼ੀ ਮੰਡੀ ਦੇ ਕੋਲ ਜਾ ਕੇ ਦਬੋਚ ਲਿਆ ਗਿਆ। मैं जी ड्यूटी में था, फिर घर वाले ने मेरे को फ़ोन करी, बोलते लड़की नहीं मिल रहा। फिर उसके बाद जो है मैंने आया फैक्ट्री से छुट्टी लेके, फिर मैं सारे पिंड में ढूंढने लगा। ढूंढते ढूंढते कहीं नहीं मिली। फिर उसके बाद मैंने रूम चेक किया ऊपर में जाके, फिर इसकी चाबी मैंने इस लड़के का लिया कि चाबी दे के मेरे को भागना चाहा ये। फिर हमारा मकान मालिक जो है इनको दबोच के लेके आए, पकड़ के ऑटो में बैठ गया था वो। फिर उसके बाद रूम खोले तो देखे इसको मार के और उसके बाद में खून में लथपथ थी लड़की, उसके बाद बिस्तरा के नीचे चपोट के रखा था। हाँ जी मौके पे आई थी पुलिस। पुलिस द्वारा आरोपी व्यक्ति के खिलाफ मामला दर्ज कर अगली कार्रवाई शुरू कर दी गई है। मृतक बच्चे की लाश ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਅੱਜ ਅਸੀਂ ਸ਼ਾਮ ਨੂੰ ਨਾਕੇ ਉੱਤੇ ਹਾਜ਼ਰ ਚੈਕਿੰਗ ਕਰ ਰਹੇ ਸੀਗੇ ਸਨਰਾਈਜ਼ ਦੇ ਅੱਗੇ, ਤੇ ਉੱਥੇ ਇਤਲਾਹ ਮਿਲੀ ਕਿ ਜੰਡਿਆਲੀ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਦੀ ਲੜਕੀ ਨਾਲ ਵਾਰਦਾਤ ਹੋਈ ਹੈ, ਜਿਸ 'ਤੇ ਅਸੀਂ ਮੌਕੇ 'ਤੇ ਪੁੱਜੇ ਤਾਂ ਦੇਖਿਆ ਉੱਥੇ 5 ਸਾਲ ਦੀ ਲੜਕੀ ਜਿਹੜੀ ਆ ਉੱਥੇ ਡੈਡ ਬੋਡੀ ਪਈ ਸੀ, ਤੇ ਉਸਦੇ ਘਰ ਦੇ ਉਹਦੇ ਜਿਹੜਾ ਫਾਦਰ ਹੈ ਅਮਰਿੰਦਰ ਕੁਮਾਰ ਮਿਲਿਆ ਹੈ, ਜਿਸ ਨੇ
ਆਪਣੇ ਬਾਰੇ ਮੇਰੇ ਬਾਰੇ ਬਿਆਨ ਲਿਖਾਇਆ ਕਿ ਮੇਰੀ ਲੜਕੀ ਨੂੰ ਜਿਹੜਾ ਉੱਥੇ ਹੀ ਪ੍ਰਵਾਸੀ ਮਜ਼ਦੂਰ ਜਿਹੜਾ ਕਿ ਜਰਨੈਲ ਸਿੰਘ ਦਾ ਵਿਹੜਾ ਹੈਗਾ ਆ ਉਹਦੇ ਵਿੱਚ ਕਿਰਾਏ ਤੇ ਰਹਿੰਦਾ ਸੀਗਾ, ਉਸਨੇ ਆਪਣੇ ਕਮਰੇ 'ਚ ਲਿਆ ਕੇ ਉਸ ਨਾਲ ਰੇਪ ਕਰਕੇ ਕਤਲ ਕਰ ਦਿੱਤਾ। ਅਸੀਂ ਇਸ ਅਵਲਿੰਦਰ ਦੇ ਬਿਆਨਾਂ ਦੇ ਉੱਤੇ ਜੋ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ, ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।